ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਸ਼ੁਕਰ ਕਰਦੇ ਹਾਂ ਜਿਸ ਨੇ ਸਾਨੂੰ ਫਿਰ ਇਸ ਸੋਸ਼ਲ ਮੀਡੀਆ ਦੇ ਦੁਆਰਾ ਅੱਜ ਫਿਰ ਤੋਂ ਇਕੱਠੇ ਕੀਤਾ। ਹਾਲੇਲੂਇਆ। ਤੇ ਆਓ ਅੱਜ ਦੇ ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਅੱਜ ਦੇ ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਆਓ ਅਸੀਂ ਪ੍ਰਾਰਥਨਾ ਕਰਦੇ ਹਾਂ ਉਸ ਜਿੰਦਾ ਪਰਮੇਸ਼ਰ ਦੇ ਸਨਮੁਖ। ਹਾਲੇਲੂਇਆ। ਪਿਤਾ ਪਰਮੇਸ਼ਰ, ਤੁਹਾਡੀ ਤਾਰੀਫ ਕਰਦੇ ਹਾਂ। ਪਿਆਰੇ ਪਿਤਾ ਪਰਮੇਸ਼ਰ, ਤੁਹਾਡੀ ਆਰਾਧਨਾ ਕਰਦੇ ਹਾਂ, ਤੁਹਾਡੀ ਸਤੁਤੀ ਕਰਦੇ ਹਾਂ। ਪਿਆਰੇ ਪਿਤਾ ਪਰਮੇਸ਼ਰ, ਤੂੰ ਜ਼ਮੀਨ ਅਸਮਾਨ ਨੂੰ ਬਣਾਉਣ ਵਾਲਾ, ਪੂਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਮੇਰੇ ਖੁਦਾਵੰਦ ਖੁਦਾ, ਧਰਤੀ ਉੱਤੇ ਹਰ ਇੱਕ ਜੀਵ ਤੇ ਜੰਤੂ ਨੂੰ ਰਚਣ ਵਾਲਾ ਤੂੰ ਹੀ ਹੈ ਮੇਰੇ ਪਿਤਾ ਪਰਮੇਸ਼ਰ। ਪਿਤਾ, ਅਸੀਂ ਤੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਤੁਹਾਡੇ ਪਾਸ ਆਉਂਦੇ ਹਾਂ, ਤੁਹਾਡੀ ਸਤੁਤੀ ਕਰਦੇ ਹਾਂ, ਤੁਹਾਡੇ ਅੱਗੇ ਦੰਡਵਤ ਕਰਦੇ ਹਾਂ, ਆਪਣੇ ਸੀਸ ਨੂੰ ਖੁਦਾਵੰਦ ਖੁਦਾ ਤੇਰੇ ਅੱਗੇ ਝੁਕਾਉਂਦੇ ਹਾਂ ਮੇਰੇ ਖੁਦਾਵੰਦ ਖੁਦਾ। ਪਿਤਾ ਪਰਮੇਸ਼ਰ ਤੇ ਖੁਦਾਵੰਦ ਖੁਦਾ, ਅੱਜ ਦਾ ਵਚਨ ਖੁਦਾਵੰਦ ਖੁਦਾ ਸੁਣਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਨੂੰ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ। ਇਸ ਵਚਨ ਦੇ ਦੁਆਰਾ ਖੁਦਾਵੰਦ ਖੁਦਾ, ਜਦੋਂ ਇਹ ਪ੍ਰਸਥਿਤੀਆਂ ਦੇ ਵਿੱਚ ਹੋਣ, ਹਾਲਾਤਾਂ ਦੇ ਮੁਸ਼ਕਲਾਂ ਦੇ ਵਿੱਚ ਹੋਣ ਮੇਰੇ ਪਿਤਾ ਪਰਮੇਸ਼ਰ, ਜਦੋਂ ਤੈਨੂੰ ਪੁਕਾਰਨ ਖੁਦਾਵੰਦ ਖੁਦਾ, ਇਹ ਵਚਨ ਇਹਨਾਂ ਨੂੰ ਯਾਦ ਆਉਂਦਾ ਰਵੇ। ਤੇਰਾ ਵਚਨ, ਇਹ ਅੱਜ ਦਾ ਵਚਨ ਖੁਦਾਵੰਦ ਖੁਦਾ ਇਹਨਾਂ ਨੂੰ ਤਸੱਲੀਆਂ ਦਿੰਦਾ ਰਵੇ। ਤੇਰਾ ਵਚਨ ਕਹਿੰਦਾ ਮੇਰੇ ਖੁਦਾਵੰਦ ਖੁਦਾ, ਤੇਰਾ ਬਾਈਬਲ ਦੇ ਵਿੱਚ ਖੁਦਾਵੰਦ ਖੁਦਾ, ਤੇਰੇ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਵਾ ਪ੍ਰਭੂ, ਤੇਰਾ ਵਚਨ ਸਾਨੂੰ ਤਸੱਲੀ ਦਿੰਦਾ ਮੇਰੇ ਪਿਤਾ ਪਰਮੇਸ਼ਰ। ਉਹ ਸਾਡੀ ਲਾਠੀ ਤੇ ਪਿਤਾ ਪਰਮੇਸ਼ਰ ਖੁਦਾਵੰਦ ਖੁਦਾ, ਤੇਰੀ ਲਾਠੀ ਤੇ ਸੋਟੀ ਸਾਨੂੰ ਸਹਾਰਾ ਦਿੰਦੀ ਆ ਪਿਤਾ ਪਰਮੇਸ਼ਰ। ਤੇਰਾ ਵਚਨ ਖੁਦਾਵੰਦ ਖੁਦਾ ਇੱਕ ਲਾਠੀ ਦੀ ਤਰ੍ਹਾਂ ਮੇਰੇ ਪਿਤਾ ਪਰਮੇਸ਼ਰ, ਸੋਟੀ ਦੀ ਤਰ੍ਹਾਂ ਖੁਦਾਵੰਦ ਖੁਦਾ, ਜੋ ਪਿਤਾ ਪਰਮੇਸ਼ਰ ਹਰ ਹਾਲਾਤ ਦੇ ਵਿੱਚ ਸਾਨੂੰ ਸੁਧਾਰਦਾ ਅਤੇ ਪਿਤਾ ਪਰਮੇਸ਼ਰ ਸਾਨੂੰ ਬਣਾਉਂਦਾ ਖੁਦਾਵੰਦ ਖੁਦਾ। ਪਿਤਾ ਪਰਮੇਸ਼ਰ, ਆਦਾ ਵਚਨ ਖੁਦਾਵੰਦ ਖੁਦਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ ਨੂੰ ਲੈ ਕੇ ਆਵੇ ਮੇਰੇ ਪਿਤਾ ਪਰਮੇਸ਼ਰ। ਸੁਣਨ ਵਾਲੇ ਬਲੈਸ ਹੋਣ ਖੁਦਾਵੰਦ ਖੁਦਾ, ਜਦੋਂ ਕਦੇ ਵੀ ਮੁਸ਼ਕਲ ਦੇ ਵਿੱਚ ਹੋਣ ਪਿਤਾ ਪਰਮੇਸ਼ਰ, ਪਰੇਸ਼ਾਨੀ ਦੇ ਵਿੱਚ ਹੋਣ, ਇਹੋ ਜਿਹੇ ਹਾਲਾਤ ਖੁਦਾਵੰਦ ਖੁਦਾ ਇਹਨਾਂ ਦੀ ਜ਼ਿੰਦਗੀ ਵਿੱਚ ਬਣਨ ਪਿਤਾ ਪਰਮੇਸ਼ਰ, ਇਹ ਵਚਨ ਹਮੇਸ਼ਾ ਇਹਨਾਂ ਨੂੰ ਯਾਦ ਆਉਂਦਾ ਰਵੇ ਮੇਰੇ ਪਿਤਾ ਪਰਮੇਸ਼ਰ। ਪਿਆਰੇ ਪਿਤਾ ਪਰਮੇਸ਼ਰ, ਸੁਣਨ ਵਾਲਿਆਂ ਤੇ ਵੱਡੀ ਕਿਰਪਾ ਕਰਨਾ ਮੇਰੇ ਪਿਤਾ ਪਰਮੇਸ਼ਰ। ਤੂੰ ਬਰਾਟ ਅਦੁੱਤਿਆ ਖੁਦਾਵੰਦ ਖੁਦਾ, ਅਦਭੁਤ ਮਹਾਨ ਪਰਮੇਸ਼ਰ, ਤੇਰੇ ਤੁੱਲੇ ਕੋਈ ਦੂਸਰਾ ਨਹੀਂ ਹੈ ਖੁਦਾਵੰਦ ਖੁਦਾ। ਪਿਤਾ ਪਰਮੇਸ਼ਰ, ਪਵਿੱਤਰ ਆਤਮਾ ਜੀ, ਤੁਸੀਂ ਸਾਡੀ ਅਗਵਾਈ ਕਰਨਾ ਪਿਤਾ ਪਰਮੇਸ਼ਰ ਦੇ ਵਚਨ ਦੇ ਦੁਆਰਾ ਖੁਦਾਵੰਦ ਖੁਦਾ। ਬਹੁਤ ਸਾਰੇ ਲੋਕ ਆਸ਼ੀਸ਼ ਨੂੰ ਪਾਉਣ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਆਓ ਪ੍ਰਭੂ ਦੇ ਵਚਨ ਦੇ ਵਿੱਚੋਂ ਵਚਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਅੱਜ ਦੇਖਾਂਗੇ ਕਿ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਮੁਸ਼ਕਲ ਆ ਜਾਂਦੀਆਂ, ਤੂਫਾਨ ਇਹੋ ਜਿਹੇ ਆ ਜਾਂਦੇ ਆ ਕਿ ਸਾਨੂੰ ਬਹੁਤ ਸਖਤ ਜ਼ਰੂਰਤ ਹੁੰਦੀ ਆ। ਕਿਹਦੀ ਸਖਤ ਜ਼ਰੂਰਤ ਹੁੰਦੀ ਹੈ? ਜਾਂ ਸਾਨੂੰ ਪ੍ਰਾਰਥਨਾ ਦੀ ਜ਼ਰੂਰਤ ਹੁੰਦੀ ਆ, ਜਾਂ ਸਾਨੂੰ ਪ੍ਰਭੂ ਦੀ ਸਖਤ ਜ਼ਰੂਰਤ ਹੁੰਦੀ ਆ, ਜਾਂ ਅਸੀਂ ਪ੍ਰਾਰਥਨਾ ਕਰਦੇ ਹਾਂ। ਕਈ ਵਾਰ ਸਾਡੇ ਉੱਤੇ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਕਿ ਅਸੀਂ ਸੋਚਣ ਲੱਗ ਪੈਂਦੇ ਆ ਕਿ ਅੱਜ ਹੀ ਇਹ ਕੰਮ ਹੋਣਾ ਚਾਹੀਦਾ ਆ, ਅਤੇ ਉਹ ਕਈ ਵਾਰ ਕੀ ਹੁੰਦਾ, ਨਹੀਂ ਹੁੰਦਾ। ਅਤੇ ਬਹੁਤ ਸਾਰੇ ਮਸੀਹੀ ਭੈਣ ਭਰਾ ਕੀ ਹੋ ਜਾਂਦੇ ਆ, ਪ੍ਰਭੂ ਤੋਂ ਦੂਰ ਹੁੰਦੇ ਆ ਕਿ ਪਰਮੇਸ਼ਰ ਨੇ ਸਾਡੀ ਸੁਣੀ ਨਹੀਂ ਹੈਗੀ। ਬਹੁਤ ਸਾਰੇ ਮਸੀਹੀ ਭੈਣ ਭਰਾਵਾਂ ਨੂੰ ਅਸੀਂ ਮਿਲਦੇ ਹਾਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਅਤੇ ਉਹਨਾਂ ਦੀ ਕੋਈ ਸ਼ਿਕਾਇਤ ਹੁੰਦੀ ਕਿ ਅਸੀਂ ਪ੍ਰਾਰਥਨਾਵਾਂ ਕੀਤੀਆਂ, ਕਿ ਕੀ ਹੋਇਆ ਕਿ ਸਾਡੀ ਪ੍ਰਾਰਥਨਾ ਨਹੀਂ ਸੁਣੀ ਗਈ। ਅਸੀਂ ਚਰਚ ਵੀ ਗਏ, ਤੌਬਾ ਵੀ ਕੀਤੀ, ਬਪਤਿਸਮਾ ਵੀ ਲੈ ਲਿਆ, ਪਰ ਸਾਡੀ ਸੁਣੀ ਨਹੀਂ ਗਈ। ਹਾਲੇਲੂਇਆ। ਅਤੇ ਕਈ ਵਾਰ ਕੀ ਹੁੰਦਾ, ਬਹੁਤ ਸਾਰੇ ਪ੍ਰਭੂ ਨੂੰ ਮੰਨਦੇ ਆ, ਜਿਹੜੇ ਵਿਸ਼ਵਾਸ ਰੱਖਦੇ ਆ, ਚਰਚ ਦੇ ਵਿੱਚ ਜਾਂਦੇ ਆ, ਪ੍ਰਭੂ ਦੀ ਆਰਾਧਨਾ ਕਰਦੇ ਆ, ਸਤੁਤੀ ਕਰਦੇ ਆ, ਅਤੇ ਬਹੁਤ ਸਾਰੇ ਮਸੀਹ ਭੈਣ, ਇਹ ਜਿਹੜਾ ਅੱਜ ਦਾ ਸੰਦੇਸ਼ ਹੈ, ਅਤੇ ਜਿਹੜੇ ਪ੍ਰਭੂ ਦੇ ਵਿੱਚ ਹਨ ਉਹਨਾਂ ਦੇ ਲਈ ਵੀ ਆ, ਜਿਹੜੇ ਪ੍ਰਭੂ ਤੋਂ ਦੂਰ ਹੋ ਗਏ ਹਨ ਉਹਨਾਂ ਦੇ ਲਈ ਵੀ ਆ। ਹਾਲੇਲੂਇਆ। ਅਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਆ। ਹਾਲੇਲੂਇਆ। ਕਿਉਂਕਿ ਪਰਮੇਸ਼ਰ, ਕਈ ਵਾਰ ਅਸੀਂ ਕੀ ਕਰਦੇ ਹਾਂ, ਪਰਮੇਸ਼ਰ ਨੂੰ ਪੁਕਾਰਦੇ ਹਾਂ, ਯਿਸੂ ਮਸੀਹ ਨੂੰ ਪੁਕਾਰਦੇ ਹਾਂ, ਕੋਈ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਪਰਿਸਥਿਤੀ ਆਈ ਹੁੰਦੀ, ਇਹੋ ਜਿਹੇ ਹਾਲਾਤ ਆਏ ਹੁੰਦੇ, ਇਹੋ ਜਿਹੇ ਦੁੱਖ ਆਏ ਹੁੰਦੇ ਕਿ ਅਸੀਂ ਕਹੀਏ ਕਿ ਅੱਜ ਹੀ ਉਹ ਸਾਰਾ ਕੰਮ ਹੋ ਜਾਏ, ਪਰ ਉਹ ਕੀ ਹੁੰਦਾ, ਨਹੀਂ ਹੁੰਦਾ। ਉਦੋਂ ਸਾਨੂੰ ਕੀ ਕਰਨਾ ਚਾਹੀਦਾ ਆ? ਹਾਲੇਲੂਇਆ। ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਾਂਗੇ ਕੀ ਕਰਨਾ ਚਾਹੀਦਾ। ਜਿਹੜਾ ਅੱਜ ਦਾ ਮੇਰਾ ਵਿਸ਼ਾ ਆ, ਅੱਜ ਦਾ ਮੇਰਾ ਟੌਪਿਕ ਹੈ, ਇਸ ਦਾ ਨਾਮ ਇਹ ਹੈ ਕਿ ਯਿਸੂ ਮਸੀਹ ਜਦੋਂ ਨਾ ਆਉਣ, ਜਦੋਂ ਯਿਸੂ ਮਸੀਹ ਨਾ ਆਏ, ਕੀ ਕਰਾਂਗੇ ਉਦੋਂ ਜਦੋਂ ਯਿਸੂ ਮਸੀਹ ਨਹੀਂ ਆਏਗਾ? ਹਾਲੇਲੂਇਆ। ਕਿ ਅਸੀਂ ਯਿਸੂ ਮਸੀਹ ਦੇ ਨਾਲ ਨਾਰਾਜ਼ ਹੋ ਜਾਵਾਂਗੇ, ਜਾਂ ਯਿਸੂ ਮਸੀਹ ਦੇ ਨਾਲ ਗੁੱਸੇ ਹੋ ਜਾਵਾਂਗੇ? ਕੀ ਕਰਾਂਗੇ ਉਸ ਸਮੇਂ? ਕਿ ਪ੍ਰਾਰਥਨਾ ਕਰਨੀ ਬੰਦ ਕਰ ਦੇਵਾਂਗੇ, ਉਸ ਜਿੰਦਾ ਪਰਮੇਸ਼ਰ ਨੂੰ ਛੱਡ ਕੇ ਕਿਸੇ ਦੂਸਰੇ ਦੇ ਅੱਗੇ ਝੁਕ ਜਾਵਾਂਗੇ? ਕੀ ਕਰਾਂਗੇ ਆਪਣੇ ਹਾਲਾਤਾਂ ਦੇ ਵਿੱਚ ਜਦੋਂ ਯਿਸੂ ਮਸੀਹ ਨੂੰ ਅਸੀਂ ਪੁਕਾਰਾਂਗੇ, ਯਿਸੂ ਮਸੀਹ ਨਹੀਂ ਆਏਗਾ, ਕੋਈ ਧਿਆਨ ਨਹੀਂ ਦੇਗਾ ਸਾਡੇ ਉੱਤੇ? ਕੀ ਕਰਾਂਗੇ ਉਸ ਪਰਿਸਥਿਤੀ ਦੇ ਵਿੱਚ? ਕੀ ਕਰਾਂਗੇ ਉਹਨਾਂ ਹਾਲਾਤਾਂ ਦੇ ਵਿੱਚ? ਹਾਲੇਲੂਇਆ। ਕਿਉਂਕਿ ਅਸੀਂ ਅੰਤ ਦੇ ਦਿਨਾਂ ਦੇ ਵਿੱਚੋਂ ਲੰਘ ਰਹੇ ਹਾਂ। ਹਾਲੇਲੂਇਆ। ਪਰਮੇਸ਼ਰ
परमेश्वर एक एक ਨੂੰ ਬੁੱਧੀ ਦੇਵੇ, ਤੁਹਾਨੂੰ ਸੰਭਾਲ ਕੇ ਰੱਖੇ। ਆਮੀਨ। परमेश्वर ਦਾ ਆਤਮਾ ਜੁਮਸ ਕਰੇ, ਕਾਰਿਆ ਕਰੇ। ਹਾਲੇਲੂਇਆ। ਆਓ ਅੱਜ ਦੇ ਵਚਨ ਨੂੰ ਦੇਖਾਂਗੇ ਅਸੀਂ ਕਿ ਜਦੋਂ ਯਿਸੂ ਮਸੀਹ ਨਾ ਆਣ ਤਾਂ ਉਦੋਂ ਕੀ ਕਰਨਾ ਹੈ। ਹਾਲੇਲੂਇਆ। ਅਸੀਂ ਬਾਈਬਲ ਨੂੰ ਆਪਣੀ ਬਾਈਬਲ ਨੂੰ ਖੋਲਾਂਗੇ ਤੇ ਕੱਢਾਂਗੇ ਯੋਹੰਨਾ ਦੀ ਅੰਜੀਲ, ਉਹਦਾ 11ਵਾਂ ਅਧਿਆਇ, ਉਹਦੀ 1 ਆਇਤ ਤੋਂ ਲੈ ਕੇ ਅੱਗੇ ਪੜਾਂਗੇ। ਜਦੋਂ ਅਸੀਂ 11ਵਾਂ ਅਧਿਆਇ ਪੜ੍ਹਦੇ ਹਾਂ ਤਾਂ ਉੱਥੇ ਲਾਜ਼ਰ ਦੀ ਮ੍ਰਿਤਿੂ ਦੇ ਬਾਰੇ ਲਿਖਿਆ ਹੋਇਆ ਹੈ। ਹਾਲੇਲੂਇਆ। ਪਰ ਲਾਜ਼ਰ ਦੀ ਮ੍ਰਿਤਿੂ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ। ਉਹਨਾਂ ਗੱਲਾਂ ਨੂੰ ਅੱਜ, ਉਹਨਾਂ ਵਚਨਾਂ ਨੂੰ ਪੜਾਂਗੇ ਤਾਂ ਕੀ ਹੋਏਗਾ ਕਿ ਜਿੰਨੀਆਂ ਵੀ ਸਾਡੀਆਂ ਸਮੱਸਿਆ ਜਦੋਂ ਯਿਸੂ ਮਸੀਹ ਨਾ ਆਣ, ਸਾਨੂੰ ਉਹਨਾਂ ਦਾ ਹੱਲ ਮਿਲੇਗਾ। हालेलुया। पढ़ांगे एक तो मरियम और उसकी बहन मार्था के गांव बैतानिया का लाजर नामक एक मनुष्य बीमार था। यह वही मरियम थी जिसने प्रभु पर इत्र डालकर उसके पांव को अपने बालों से पोंछा था। इसी का भाई लाजर बीमार था। हालेलुया। मरियम ते मार्था दा भरा की सीगा? लाजर सी। उदा ओ भरा की सीगा? बीमार सीगा। अंत उसकी बहनों ने उससे कहला भेजा, हे प्रभु देख, जिससे तू प्रीति रखता है वह बीमार है। ते मरियम ते मार्था ने की कीता? यीशु मसीह नूं सुनेहा घल्लिया। की घल्लिया? प्रभु जी कीया कि लाजर कीया जिन्हों तू प्रेम करदा, जिन्हों तू प्यार करदा, जिन्हों तू प्रीति रखदा है, की बीमार है, लाजर बीमार है। मरियम ते मार्था ने सुनेहा भेज दिता प्रभु यीशु मसीह नूं। हालेलुया। क्योंकि पुराने समय दे विच टैलीफोन तो नहीं हुंदे सीगे, सुनेहा जां एक दूसरे दे हत्थ दे विच भेजिया जांदा सीगा। हालेलुया। सुनेहा घल दिता किसी दे हत्थ दे विच आउण वाले। क्योंकि फिर जदों सुनेहा भेज दिता तां की होया? जदों यीशु मसीह नूं सुनेहा मिल गया ਤਾਂ ਕੀ ਹੋਇਆ? ਪੜਾਂਗੇ 4 ਆਇਤ ਦੇ ਵਿੱਚ। ਜੈ ਸੁਣकर ਯीशु ने कहा, ਜਦੋਂ ਯीशु ਮਸੀਹ ਨੂੰ ਸੁਨੇਹਾ ਮਿਲ ਗਿਆ ਤਾਂ ਕੀ ਹੋਇਆ? ਯीशु ਮਸੀਹ ਨੇ ਸੁਨੇਹਾ ਸੁਣ ਕੇ ਕੀ ਕੀਤਾ ਕਿ ਕੀ ਕਿਹਾ? यह बीमारी मृत्यु की नहीं परंतु परमेश्वर की महिमा के लिए है कि उसके द्वारा परमेश्वर के पुत्र की महिमा हो। हालेलुया। ਯीशु ਮਸੀਹ ਕੀ ਕਹਿਣ ਲੱਗਾ? ਕਹਿੰਦਾ ਇਹ ਜਿਹੜੀ ਬਿਮਾਰੀ ਆ ਲਾਜ਼ਰ ਉੱਤੇ ਆਈ ਆ, ਇਹ ਮ੍ਰਿਤਿੂ ਦੇ ਲਈ ਨਹੀਂ ਹੈਗੀ, कि लाजर नूं मारन दे लई नहीं हैगी। एक कद लई आ? ये परमेश्वर दी महिमा दे लई आ कि इस बीमारी दे द्वारा परमेश्वर दे पुत्र यीशु नासरी दी की होवे? महिमा होवे। हालेलुया। तां अगे की होया? यीशु मार्था और उसकी बहन और लाजर से प्रेम रखता था। हालेलुया। यीशु मसीह की करदा सीगा? मार्था दे नाल, मरियम दे नाल ते लाजर दे नाल की सीगा? प्रेम सीगा। ते यीशु मसीह दा मित्र लाजर सी। हालेलुया। दोस्त सी एक अच्छा। हालेलुया। यीशु मसीह अक्सर उन्हां दे घर दे विच आउंदा जांदा रहिंदा सीगा। हालेलुया। तां की होया? फिर भी जब उसने सुना कि वह बीमार है तो जिस स्थान पर वह था वहां 2 दिन और ठहर गया। हालेलुया। मार्था ते मरियम ने सुनेहा भेजा कि लाजर की आ? बीमार है। पर यीशु मसीह ने की कीता? सुनेहे नूं सुनिया ते उत्थे किन्ने दिन ठहर गया? 2 दिन होर ठहर गया। हालेलुया। बाइबल इस तरह कहती है कि 2 दिन होर ठहर गया। देखो, जदों असी प्रार्थना करते हैं, असी मंगते हैं प्रभु दे कोलों, प्रभु तू आ जा, मेरी जिंदगी नूं सवार दे, मैं इस दुख दे विच हां, मैं बीमारी दे विच हां, मैं तकलीफ दे विच हां, तू आ जा। तां कई बार की करदा? यीशु मसीह भी 2 दिन होर ठहर जांदा है। हालेलुया। यीशु मसीह गया नहीं हैगा, जा सकदा सीगा यीशु मसीह उसे दिन लाजर नूं चंगा कर सकदा सीगा, पर यीशु मसीह जान बुझ के 2 दिन, हालेलुया, 2 दिन ठहर गया। कारण की सी? ਅਸੀਂ ਦੇਖਾਂਗੇ ਅੱਜ ਬਾਈਬਲ ਦੇ ਵਿੱਚੋਂ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਵੇ, ਮੁਸੀਬਤ ਆਵੇ, ਅਸੀਂ ਯਿਸੂ ਮਸੀਹ ਨੂੰ ਪੁਕਾਰੀਏ ਤਾਂ ਕੀ ਹੋਵੇ? ਜਦੋਂ ਅਸੀਂ ਯਿਸੂ ਮਸੀਹ ਨੂੰ ਪੁਕਾਰੀਏ ਤਾਂ ਯਿਸੂ ਮਸੀਹ ਨਾ ਆਣ, ਉਦੋਂ ਕੀ ਕਰਨਾ ਹੈ? ਹਾਲੇਲੂਇਆ।
ਤਾਂ ਯਿਸੂ ਮਸੀਹ ਨੇ ਕੀ ਕੀਤਾ, ਉੱਥੇ 2 ਦਿਨ ਹੋਰ ਠਹਿਰ ਗਿਆ। ਇਸਕੇ ਬਾਅਦ ਉਸਨੇ ਆਪਣੇ 2 ਦਿਨ ਤੋਂ ਬਾਅਦ ਕੀ ਕੀਤਾ, ਤੀਸਰੇ ਦਿਨ ਜਾਂ ਚੌਥੇ ਦਿਨ 2 ਦਿਨ ਤੋਂ ਬਾਅਦ ਕੀ ਕੀਤਾ, ਉਹਨੇ ਆਪਣੇ ਚੇਲਿਆਂ ਨੂੰ ਕੀ ਕਿਹਾ 7 आयत। इसके बाद उसने चेलों से कहा, आओ हम फिर यहूदिया को चलें। चेलों ने उससे कहा, हे रब्बी, अभी तो यहूदी तुझ पर पथराव करना चाहते थे, और क्या तुम फिर भी वहां जाता है? यीशु ने उत्तर दिया, क्या दिन के 12 घंटे नहीं होते? यदि कोई दिन में चले तो ठोकर नहीं खाता, क्योंकि इस जगत का उजाला देखता है, परंतु यदि कोई रात में चले तो ठोकर खाता है, क्योंकि उसमें प्रकाश नहीं। उसने ये बातें कही और इसके बाद उनसे कहने लगा, हमारा मित्र, यीशु मसीह अपने चेलियों को कहने, हमारा मित्र लाजर सो गया है, परंतु मैं उसे जगाने जाता हूँ। हालेलुया। ਯਿਸੂ ਮਸੀਹ ਕੀ ਕਹਿਣਗੇ ਆਪਣੇ ਚੇਲਿਆਂ ਨੂੰ, ਜਿਹੜਾ ਸਾਡਾ ਮਿੱਤਰ ਹੈ ਲਾਜ਼ਰ ਹੈ, ਉਹ ਕੀ ਕੀਤਾ, ਸੋ ਗਿਆ ਆ। ਤੇ ਜਿਹੜੇ ਚੇਲੇ ਸੀਗੇ ਉਹ ਇਸ ਗੱਲ ਨੂੰ ਨਹੀਂ ਸਮਝੇ, ਤਾਂ ਉਹ ਕੀ ਕਹਿਣਗੇ, ਪੜਾਂਗੇ। तब चेलों ने उससे कहा, हे प्रभु, यदि वह सो गया है तो स्वस्थ हो जाएगा। ਕੀ ਕਹਿਣਗੇ, ਕਹਿੰਦੇ ਆਪਣੇ ਆਪੇ ਉੱਠ ਖੜੇਗਾ, ਜੇ ਸੁੱਤਾ ਪਿਆ ਆ ਉਹ ਆਪਣੇ ਆਪ ਉੱਠ ਖੜੇਗਾ। ਤਾਂ ਯਿਸੂ ਮਸੀਹ ਨੇ ਕੀ ਉਹਨਾਂ ਨੂੰ ਕਿਹਾ, यीशु ने उसकी मृत्यु के विषय में कहा था, परंतु वे समझे कि उसने नींद से सो जाने के विषय में कहा है। तब यीशु ने उनसे साफ साफ कह दिया, लाजर मर गया है। यीशु मसीह ने फिर साफ साफ कह दिता कि लाजर मर गया है। ਜਦੋਂ ਯਿਸੂ ਮਸੀਹ ਦੇ ਕੋਲ ਸੁਨੇਹਾ ਪਹੁੰਚਿਆ ਸੀਗਾ, ਯਿਸੂ ਮਸੀਹ ਨੂੰ ਉਦੋਂ ਹੀ ਪਤਾ ਸੀਗਾ ਕਿ ਲਾਜ਼ਰ ਨੇ ਕੀ ਹੋ ਜਾਣਾ ਆ, ਸੋ ਜਾਣਾ ਆ, ਕਹਿਣ ਦਾ ਮਤਲਬ ਮਰ ਜਾਣਾ ਆ। ਹਾਲੇਲੂਇਆ। ਯਿਸੂ ਮਸੀਹ ਕਿਉਂ ਨਹੀਂ ਗਏ ਹੈਗੇ ਜਦੋਂ ਉਹਨਾਂ ਕੋਲ ਸੁਨੇਹਾ ਪਹੁੰਚਿਆ, ਜਦੋਂ ਮਰੀਅਮ ਤੇ ਮਾਰਥਾ ਨੇ ਸੁਨੇਹਾ ਭੇਜਿਆ ਕਿ ਲਾਜ਼ਰ ਕੀ ਆ, ਬਿਮਾਰ ਹੈ? ਯਿਸੂ ਮਸੀਹ ਕਿਉਂ ਉੱਥੇ ਜਾਣਬੁੱਝ ਕੇ 2 ਦਿਨ ਠਹਿਰ ਗਏ? ਯਿਸੂ ਮਸੀਹ ਕਿਉਂ ਨਹੀਂ ਗਏ ਹੈਗੇ? ਹਾਲੇਲੂਇਆ। ਕਿਉਂਕਿ ਪ੍ਰਭੂ ਯਿਸੂ ਮਸੀਹ ਛੋਟੇ ਕੰਮ ਨਹੀਂ, ਉਹ ਵੱਡੇ ਕੰਮ ਕਰਦਾ ਹੈ। ਹਾਲੇਲੂਇਆ। ਯਿਸੂ ਮਸੀਹ ਨੇ ਬੜੇ ਬਿਮਾਰਾਂ ਨੂੰ ਚੰਗੇ ਕੀਤਾ ਸੀਗਾ, ਜਿਉਂਦੇ ਲੋਕਾਂ ਨੂੰ ਬੜਾ ਠੀਕ ਕੀਤਾ, ਲੰਗੜਿਆਂ ਨੂੰ, ਅਧਰੰਗੀਆਂ ਨੂੰ, ਬਿਮਾਰਾਂ ਨੂੰ, ਲਾਚਾਰਾਂ ਨੂੰ, ਕਮਜ਼ੋਰਾਂ ਨੂੰ, ਦੁਸ਼ਟ ਆਤਮਾ ਨੂੰ। ਉਹਨਾਂ ਨੇ ਅਣਗਿਣਤ, ਪ੍ਰਭੂ ਯਿਸੂ ਮਸੀਹ ਨੇ ਅਣਗਿਣਤ ਬਿਮਾਰਾਂ ਨੂੰ, ਲਾਚਾਰਾਂ ਨੂੰ ਚੰਗੇ ਕੀਤਾ। ਪਰ ਯਿਸੂ ਮਸੀਹ ਹੁਣ ਕੀ ਕਰਨਾ ਚਾਹੁੰਦੇ ਸੀਗੇ? ਉਹ ਵੱਡਾ ਮਿਰਾਕਲ ਕਰਨਾ ਚਾਹੁੰਦੇ ਸੀ, ਬਿਗ ਮਿਰਾਕਲ ਕਰਨਾ ਚਾਹੁੰਦੇ ਸੀਗੇ। ਹਾਲੇਲੂਇਆ। ਤਾਂ ਕੀ ਹੋਇਆ? ਉਹ ਜਾਣ ਬੁੱਝ ਕੇ ਲੇਟ ਹੋ ਗਿਆ, 2 ਦਿਨ ਹੋਰ ਠਹਿਰ ਗਿਆ। ਹਾਲੇਲੂਇਆ। ਜਦੋਂ ਮਰੀਅਮ ਤੇ ਮਾਰਥਾ ਨੇ ਸੁਨੇਹਾ ਭੇਜਿਆ ਹੋਵੇਗਾ, ਤੇ ਮਰੀਅਮ ਮਾਰਥਾ ਵੀ ਸੋਚਦੀ ਹੋਏਗੀ ਜਦੋਂ ਕਿ ਪ੍ਰਭੂ ਜੀ ਨਹੀਂ ਆਏ, ਯਿਸੂ ਮਸੀਹ ਨਹੀਂ ਆਏ, ਕਿ ਅਸੀਂ ਸੁਨੇਹਾ ਵੀ ਭੇਜਿਆ ਤੇ ਪ੍ਰਭੂ ਜੀ, ਗੁਰੂ ਜੀ ਨਹੀਂ ਆਏ। ਹਾਲੇਲੂਇਆ। ਤੇ ਇੱਥੇ ਇੱਕ ਸਾਨੂੰ ਸਿੱਖਣ ਵਾਲੀ ਹੋਰ ਅਦਭੁਤ ਸਾਨੂੰ ਸਾਰੇ ਮਸੀਹੀ ਭੈਣ ਭਰਾਵਾਂ ਨੂੰ ਇੱਕ ਗੱਲ ਮਿਲਦੀ ਆ। ਜਦੋਂ ਯਿਸੂ ਮਸੀਹ ਨਹੀਂ ਆਏ, ਮਾਰਥਾ ਤੇ ਮਰੀਅਮ ਨੇ ਕੀ ਕੀਤਾ, ਅਸੀਂ ਅੱਗੇ ਦੇਖਾਂਗੇ। ਤੁਸੀਂ ਥੋੜਾ ਪੜਾਂਗੇ ਪਹਿਲਾਂ ਵਚਨ ਦੇ ਵਿੱਚੋਂ। ਤਾਂ ਕੀ ਹੋਇਆ? 15 आयत, और मैं तुम्हारे कारण आनंदित हूं कि मैं वहां। 17 आयत ਤੋਂ ਪੜਾਂਗੇ ਅਸੀਂ। ਜਦੋਂ ਯਿਸੂ ਮਸੀਹ ਚੱਲ ਪਏ ਲਾਜ਼ਰ ਦੇ ਨਗਰ ਦੇ ਵੱਲ, बैतानिया वाल, ताकि होया वहां पहुंचने पर यीशु को जय मालूम हुआ कि लाजर को कब्र में रखे 4 दिन हो चुके हैं। हालेलुया। देखो यीशु मसीह जदों 2 दिन तक ठहर गया, ਤਾਂ ਜਦੋਂ ਪਹੁੰਚਿਆ ਤਾਂ ਕਿੰਨੇ ਦਿਨ ਹੋ ਗਏ ਸੀ ਕਬਰ ਦੇ ਵਿੱਚ ਰੱਖੇ ਨੂੰ? 4 ਦਿਨ। ਇਹਦਾ ਮਤਲਬ ਰਸਤੇ ਦੇ ਵਿੱਚ ਜ਼ਿਆਦਾ ਟਾਈਮ ਲੱਗ ਗਿਆ ਪ੍ਰਭੂ ਯਿਸੂ ਮਸੀਹ ਨੂੰ। 2 ਦਿਨ ਲੱਗੇ, ਹੋ ਸਕਦਾ ਜ਼ਿਆਦਾ ਦਿਨ ਲੱਗੇ ਹੋਵੇ, ਹੋ ਸਕਦਾ ਜਦੋਂ ਸੁਨੇਹਾ ਪਹੁੰਚਿਆ ਹੋਵੇ ਉਦੋਂ ਉਸ ਤੋਂ ਬਾਅਦ 10 ਦਿਨ ਲਾਜ਼ਰ 5 ਦਿਨ ਜਾਂ 10 ਦਿਨ ਬਿਮਾਰ ਰਿਹਾ ਹੋਵੇ, ਉਸ ਤੋਂ ਬਾਅਦ ਪੂਰਾ ਹੋਇਆ ਹੋਵੇ।
ਕਹਿਣ ਦਾ ਮਤਲਬ ਯਿਸੂ ਮਸੀਹ ਜਦੋਂ ਪਹੁੰਚਿਆ ਤੇ 4 ਦਿਨ ਹੋ ਗਏ ਸੀਗੇ ਰੱਖੇ ਨੂੰ, ਤੇ ਯਿਸੂ ਮਸੀਹ ਦੇ ਮਗਰ ਇੰਨੀ ਭੀੜ ਰਹਿੰਦੀ ਸੀਗੀ, ਇੰਨੇ ਲੋਕ ਰਹਿੰਦੇ ਸੀਗੇ ਕਿ ਯਿਸੂ ਮਸੀਹ ਦਾ ਹੋ ਸਕਦਾ ਧਿਆਨ ਉਧਰ ਚਲਾ ਗਿਆ ਹੋਵੇ। ਯਿਸੂ ਮਸੀਹ ਉਹਨਾਂ ਨੂੰ ਚੰਗਾ ਕਰਨ ਦੇ ਲਈ ਟਾਈਮ ਉਧਰ ਜ਼ਿਆਦਾ ਹੋ ਗਿਆ, ਕਿ ਇੰਨੇ ਦਿਨ ਹੋ ਗਏ ਕਿ ਮਰੇ ਤੋਂ 4 ਦਿਨ ਬਾਅਦ ਯਿਸੂ ਮਸੀਹ ਪਹੁੰਚਿਆ। हालेलुया। 4 दिन हो चुके हैं। बेतानिया यरूशलेम के समीप कोई 2 मील की दूरी पर था। बहुत से यहूदी मरियम और मार्था के पास उनके भाई की मृत्यु पर शांति देने के लिए आए थे। बहुत सारे लोग मरियम ते मार्था दे लाजर दे रिश्तेदार मरियम ते मार्था ਨੂੰ ਕੀ ਦੇਣ ਆਏ ਸੀਗੇ? ਸ਼ਾਂਤੀ ਦੇਣ ਆਏ ਸੀਗੇ, ਤਸੱਲੀ ਦੇਣ ਆਏ ਸੀਗੇ कि उन्होंने बहुत सारे लोग। जब मार्था ने यीशु के आने का समाचार सुना तो उससे भेंट करने को गई। हालेलुया। ਅਸੀਂ ਅੱਜ ਇਹ ਗੱਲ ਸਿੱਖਾਂਗੇ। ਜਦੋਂ ਕੀ ਹੋਇਆ, ਯਿਸੂ ਮਸੀਹ ਆ ਗਿਆ। ਕਿੱਥੇ ਆ ਗਿਆ? ਨਗਰ ਤੋਂ ਬਾਹਰ ਹੈ ਯਿਸੂ ਮਸੀਹ। ਤੇ ਮਾਰਥਾ ਨੂੰ ਕੀ ਮਿਲਿਆ? पता चल गया कि हुण की आ यीशु मसीह की आ चुके आ। जब मार्था ने यीशु के आने का समाचार सुना, 20 आयत पढ़ रहे हैं असी, समाचार सुना तो उससे भेंट करने को गई, परंतु मरियम गर्भ में बैठी रही। ਜਿਹੜੀ ਮਾਰਥਾ ਸੀਗੀ, ਜਦੋਂ ਪਤਾ ਲੱਗਿਆ, ਦੇਖੋ ਦੁੱਖ ਦੇ ਵਿੱਚ ਕੀ ਸੀ? ਦੁੱਖ ਦੇ ਵਿੱਚ ਸੀਗੀ। ਇੱਕੋ ਇੱਕ ਭਰਾ ਸੀਗਾ, ਉਹ ਵੀ ਪੂਰਾ ਹੋ ਗਿਆ। ਯਿਸੂ ਮਸੀਹ ਨੂੰ ਸੁਨੇਹਾ ਭੇਜਿਆ, ਯਿਸੂ ਮਸੀਹ ਨਹੀਂ ਆਇਆ। ਤੇ ਯਿਸੂ ਮਸੀਹ ਕਦੋਂ ਆਇਆ? ਜਦੋਂ ਲਾਜ਼ਰ ਮਰ ਗਿਆ। ਮਰੇ ਨੂੰ ਕਿੰਨੇ ਦਿਨ ਹੋ ਗਏ? 4 ਦਿਨ ਹੋ ਗਏ। ਤੇ ਯਿਸੂ ਮਸੀਹ ਆਇਆ। ਤੇ ਮਾਰਥਾ ਕੀ ਹੋ ਗਈ? ਕੀ ਹੋ ਗਈ? ਉਸੇ भेंट करने को गई। ਫਿਰ ਵੀ ਇੰਨਾ ਦੁੱਖ ਸੀ। ਯਿਸੂ ਮਸੀਹ ਨੂੰ ਸੁਨੇਹਾ ਵੀ ਦਿੱਤਾ ਸੀ, ਯਿਸੂ ਮਸੀਹ ਨਹੀਂ ਆਇਆ। फिर भी यीशु मसीह के नाल कोई नाराजगी नहीं, कोई गिला नहीं, कोई शिकवा नहीं। फिर भी गई यीशु मसीह दे कोल। हालेलुया। साडे ते दुख आ जावे ना जावे, 5 दिन च 10 दिन, महीने दे विच 2 महीने च, साल च, असीं बहुत सारे लोग बैक साइड हो जाते हैं, प्रभु नूं छड्ड दिंदे आ, मूर्ति पूजा दे विच पै जांदे आ कि प्रभु ने साडी सुनी नहीं। इत्थे 2 ਭੈਣਾਂ ਦਾ ਇੱਕ ਭਰਾ ਪੂਰਾ ਹੋ ਗਿਆ। ਫਿਰ ਵੀ ਭੈਣਾਂ ਪ੍ਰਭੂ ਯਿਸੂ ਮਸੀਹ ਦੇ ਨਾਲ ਨਾਰਾਜ਼ ਨਹੀਂ ਸੀਗੀਆਂ। ਹਾਲੇਲੂਇਆ। ਨਾਰਾਜ਼ ਨਹੀਂ ਸੀਗੀਆਂ। ਅੱਜ ਅਸੀਂ ਆਪਣੇ ਦੁੱਖਾਂ ਦੇ ਵੱਲ ਜਦੋਂ ਦੇਖਦੇ ਹਾਂ ਤਾਂ ਕੀ ਹੁੰਦਾ ਆ? ਸਾਡੇ ਦੁੱਖ ਇੰਨੇ ਸਾਨੂੰ ਇੰਨੇ, ਸਾਡਾ ਦੁੱਖ ਇੰਨਾ ਵੱਡਾ ਨਹੀਂ ਹੁੰਦਾ ਜਿੰਨਾ ਅਸੀਂ ਸੋਚ ਕੇ ਉਹਨੂੰ ਵੱਡਾ ਕਰ ਲੈਂਦੇ ਆ। ਸਾਡੀ ਪ੍ਰੋਬਲਮ ਐਡੀ ਵੱਡੀ ਨਹੀਂ ਹੁੰਦੀ ਜਿੰਨਾ ਉਸ ਉੱਤੇ ਅਸੀਂ ਧਿਆਨ ਦੇ ਕੇ ਵੱਡਾ ਕਰ ਲੈਂਦੇ ਆ। ਤਾਂ ਕੀ ਹੋ ਜਾਂਦੇ ਆ? ਪ੍ਰਭੂ ਸਾਡੀ ਸੁਣਦਾ ਨਹੀਂ। ਬਹੁਤ ਸਾਰੇ ਮਸੀਹੀ ਭੈਣ ਭਰਾ, ਜਦੋਂ ਮੈਂ ਸੇਵਕਾਈ ਦੇ ਵਿੱਚ ਨਹੀਂ ਸੀਗਾ, ਮੈਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਸੀਗੀਆਂ। ਜਦੋਂ ਮੈਂ ਸੇਵਕਾਈ ਦੇ ਵਿੱਚ ਨਹੀਂ ਸੀਗਾ ਤਾਂ ਮੈਂ ਕੀ ਕਰਦਾ ਹੁੰਦਾ ਸੀਗਾ ਕਿ ਇੱਦਾਂ ਕਿਸੇ ਨੇ ਮਤਲਬ ਪ੍ਰਾਰਥਨਾ ਕਰਵਾਉਣੀ ਤਾਂ ਮੈਂ ਜਾਣਾ ਤੇ ਨਾਲ ਮੈਂ ਵਰਕ ਕਰਦਾ ਹੁੰਦਾ ਸੀਗਾ, ਆਪਣਾ ਕੰਮ ਕਰਦਾ ਹੁੰਦਾ ਸੀਗਾ। ਬਹੁਤ ਸਾਰੇ ਲੋਕ ਮੈਨੂੰ ਆਪਣੇ ਘਰਾਂ ਦੇ ਵਿੱਚ ਬੁਲਾਉਂਦੇ ਹੁੰਦੇ ਸੀਗੇ, ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆ ਕੀ ਹੁੰਦੀਆਂ ਸੀਗੀਆਂ? ਉਹਨਾਂ ਦੇ ਪਾਸਟਰਾਂ ਦੇ ਨਾਲ ਉਹਨਾਂ ਦੀ ਸਮੱਸਿਆ ਹੁੰਦੀਆਂ ਸੀ ਕਿ ਅਸੀਂ ਪਾਸਟਰ ਨੂੰ ਬੁਲਾਇਆ, ਫੋਨ ਕੀਤਾ, ਬਿਮਾਰੀ ਦੇ ਵਿੱਚ ਉਹ ਨਹੀਂ ਆਏ, ਪ੍ਰੋਬਲਮ ਸੀ, ਨਹੀਂ ਆਏ। ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਹੈਗੀ। ਉਹ ਨਾਰਾਜ਼ ਹੋ ਜਾਂਦੇ ਆਪਣੇ ਸੇਵਕਾਂ ਦੇ ਨਾਲ। ਇੱਥੇ ਯਿਸੂ ਮਸੀਹ ਨਹੀਂ ਸੀਗਾ ਆਇਆ ਹੈਗਾ। ਹਾਲੇਲੂਇਆ। ਤੇ ਉਹਦੀਆਂ ਜਿਹੜੀਆਂ ਭੈਣਾਂ ਸੀਗੀਆਂ, ਲਾਜ਼ਰ ਦੀਆਂ ਭੈਣਾਂ ਸੀਗੀਆਂ, ਮਰੀਅਮ ਤੇ ਮਾਰਥਾ, ਉਹ ਨਾਰਾਜ਼ ਨਹੀਂ ਹੋਈਆਂ। ਹਾਲੇਲੂਇਆ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਲੇਟ ਨਾ ਹੋਵੇ, ਅਸੀਂ ਪ੍ਰਾਰਥਨਾ ਵੀ ਕਰੀਏ, ਯਿਸੂ ਮਸੀਹ ਨਾ ਆਏ, ਉਦੋਂ ਯਿਸੂ ਮਸੀਹ ਨਾਲ ਨਾਰਾਜ਼ ਨਹੀਂ ਹੋਣਾ ਹੈਗਾ। ਉਦੋਂ ਸਮਝ ਲੈਣਾ ਕਿ ਯਿਸੂ ਮਸੀਹ ਬਿਗ ਮਿਰਾਕਲ ਕਰਨ ਜਾ ਰਿਹਾ, ਵੱਡਾ ਚਮਤਕਾਰ ਤੁਹਾਡੇ ਲਈ ਕਰਨ ਜਾ ਰਿਹਾ ਆ। ਆਮੀਨ। ਹਾਲੇਲੂਇਆ। ਉਹ ਵੱਡਾ ਕੰਮ ਕਰਨ ਜਾ ਰਿਹਾ। ਯਿਸੂ ਮਸੀਹ ਛੋਟਾ ਕੰਮ ਨਹੀਂ ਕਰਦਾ, ਵੱਡਾ ਬਿਗ ਗੋਡ ਆ। ਹਾਲੇਲੂਇਆ। ਉਹ ਉਹਦੇ ਤੁੱਲੇ ਕੋਈ ਦੂਸਰਾ ਨਹੀਂ ਹੈਗਾ। ਉਹ ਸਾਮਰਥ ਵਿੱਚ ਸਭ ਨਾਲੋਂ ਵੱਡਾ ਖੁਦਾ ਆ। ਹਾਲੇਲੂਇਆ। ਜਦੋਂ ਯਿਸੂ ਮਸੀਹ ਨਾ ਆਏ ਤਾਂ ਕਦੇ ਨਾਰਾਜ਼ ਨਹੀਂ ਹੋਣਾ। ਜਦੋਂ ਪ੍ਰਾਰਥਨਾ ਨਾ ਸੁਣੀ ਜਾਏ, ਉਹ ਕਦੇ ਨਾਰਾਜ਼ ਨਹੀਂ ਹੋਣਾ। ਹਾਲੇਲੂਇਆ। ਇੰਤਜ਼ਾਰ ਕਰਨਾ ਹੈ। ਹਾਲੇਲੂਇਆ। ਤੇ
ਦੋ ਭੈਣਾਂ ਦਾ ਇੱਕੇ ਭਰਾ ਪੂਰਾ ਹੋ ਗਿਆ। ਯਿਸੂ ਮਸੀਹ ਨੂੰ ਸੁਨੇਹਾ ਦਿੱਤਾ, ਯਿਸੂ ਮਸੀਹ ਨਹੀਂ ਆਏ। ਜਦੋਂ ਯਿਸੂ ਮਸੀਹ ਆਏ ਉਦੋਂ ਮਰੇ ਨੂੰ 4 ਦਿਨ ਹੋ ਗਏ ਸੀਗੇ ਤੇ 4 ਦਿਨ ਦੇ ਮਰੇ ਨੂੰ ਕੀੜੇ ਪੈ ਜਾਂਦੇ ਆ। ਹਾਲੇਲੂਇਆ। 4 ਦਿਨ ਦੇ ਮਰੇ ਨੂੰ ਕੀ ਪੈ ਜਾਂਦੇ ਆ? ਕੀੜੇ ਪੈ ਜਾਂਦੇ ਆ। ਤੇ ਯਿਸੂ ਮਸੀਹ ਉਦੋਂ ਆਇਆ ਜਦੋਂ ਕੀੜੇ ਪੈ ਗਏ ਸੀ। ਤੇ ਮਾਰਥਾ ਨਾਰਾਜ਼ ਨਹੀਂ, ਫਿਰ ਵੀ ਦੁੱਖ ਦੇ ਵਿੱਚੋਂ ਉੱਠ ਕੇ ਨਗਰ ਤੋਂ ਬਾਹਰ ਯਿਸੂ ਮਸੀਹ ਆ ਉੱਥੇ ਗਈ ਮਿਲਣ, ਭੇਟ ਕਰਨ, ਮਿਲਣ ਗਈ। ਹਾਲੇਲੂਇਆ। ਜਦੋਂ ਗਈ ਤਾਂ ਕੀ ਕਹਿਣ ਲੱਗੀ? आओ ਅਸੀਂ पढ़ांगे। मार्था ने यीशु से कहा, हे प्रभु, यदि तू जहां होता तो मेरा भाई कदा ना मरता। ਮਾਰਥਾ ਨੂੰ ਪਤਾ ਸੀਗਾ ਕਿ ਯਿਸੂ ਮਸੀਹ ਅਗਰ ਹੁੰਦਾ, ਜਦੋਂ ਮੈਂ ਸੁਨੇਹਾ ਦਿੱਤਾ ਸੀਗਾ ਉਦੋਂ ਯਿਸੂ ਮਸੀਹ ਆ ਜਾਂਦਾ, ਮੇਰਾ ਭਰਾ ਨਹੀਂ ਮਰਦਾ। ਪਤਾ ਸੀ। ਹਾਲੇਲੂਇਆ। ਫਿਰ ਵੀ ਦੇਖ, ਪਤਾ ਹੋਣ ਦੇ ਬਾਵਜੂਦ ਵੀ ਕਿ ਯਿਸੂ ਮਸੀਹ ਮੇਰੇ ਭਰਾ ਨੂੰ ਚੰਗਾ ਕਰ ਸਕਦਾ, ਠੀਕ ਕਰ ਸਕਦਾ ਸੀ, ਕਿ ਲੇਟ ਆ ਗਿਆ ਯਿਸੂ ਮਸੀਹ। ਕੋਈ ਨਾਰਾਜ਼ਗੀ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਫਿਰ ਵੀ ਇੱਕ ਵਿਸ਼ਵਾਸ ਪ੍ਰਭੂ ਤੇ। ਹਾਲੇਲੂਇਆ। ਵਿਸ਼ਵਾਸ, ਇਹੋ ਜਿਹਾ ਵਿਸ਼ਵਾਸ, ਫਿਰ ਵੀ ਕੋਈ ਨਾਰਾਜ਼ਗੀ ਨਹੀਂ। ਪ੍ਰਭੂ ਤੂੰ ਨਹੀਂ ਆਇਆ, ਕੋਈ ਗੱਲ ਨਹੀਂ। ਪ੍ਰਭੂ ਮੇਰਾ ਭਰਾ ਚਲ ਗਿਆ, ਤੂੰ ਨਹੀਂ ਆਇਆ, ਕੋਈ ਗੱਲ ਨਹੀਂ। ਉਸ ਦੁੱਖ ਦੇ ਵਿੱਚ ਵੀ ਕੀ ਕਹਿਣਗੇ? ਪ੍ਰਭੂ ਜੀ, ਜਦੋਂ ਜੇ ਤੁਸੀਂ ਹੁੰਦੇ, ਜੇ ਤੁਸੀਂ ਇੱਥੇ ਹੁੰਦੇ, ਮੇਰਾ ਭਰਾ ਕਦੇ ਨਾ ਮਰਦਾ, ਕਦੇ ਨਾ ਮਰਦਾ, ਕਦੇ ਨਾ ਮਰਦਾ। ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਤਾਂ ਅੱਗੇ ਯਿਸੂ ਮਸੀਹ ਨੇ ਉਹਨੂੰ ਕੀ ਕਿਹਾ? और अब मैं जानती हूं कि जो कुछ तू परमेश्वर से मांगेगा परमेश्वर तुझे देगा। हालेलुया। ते मार्था की कहन लगी, प्रभु जी जो तुसी मंगोगे परमेश्वर दे कोलों ते परमेश्वर थानू दिंदा आ ते परमेश्वर थानू देवेगा। हालेलुया। यीशु ने उससे कहा, तेरा भाई फिर जी उठेगा। यीशु मसीह ने उन्हें की कहा? तेरा भरा फिर तो की हो जाएगा? जिंदा हो जाएगा। हालेलुया। फिर तो जिंदा हो जाएगा, जी उठेगा। मार्था ने उससे कहा, मैं जानती हूं अंतिम दिन मैं पुनरुत्थान के समय वह जी उठेगा। ते मार्था की कहती, पुनरुत्थान वाले दिन जदों सारे धरती दे इंसान फिर तो जिंदे होने आ, चाहे वो यीशु मसीह नूं मनदे सी, चाहे यीशु मसीह नूं नहीं मनदे सीगे, वो भी जिंदा होणगे। जिहड़े यीशु मसीह नूं मनदे आ ते जिहड़े नहीं मनदे वो भी जिंदा कीते जाणगे। वो एक अलग टॉपिक है। हालेलुया। असीं ਅੱਜ ਇਸ ਦੇ ਬਾਰੇ ਦੇਖਣਾ ਆ, ਪੁਨਰੁत्थान ਬਾਰੇ ਨਹੀਂ ਦੇਖਣਾ। ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਨੇ ਕਿਹਾ ਕਿ ਮਾਰਥਾ ਕੀ ਸਮਝੀ ਕਿ ਪੁਨਰੁत्थान ਵਾਲੇ ਦਿਨ ਜੀ ਉੱਠਣਾ ਆ, ਜਦੋਂ ਯਿਸੂ ਮਸੀਹ ਨੇ ਆਣਾ ਆ। ਪਰ ਤਾਂ ਕੀ ਹੋਇਆ? यीशु ने उसे कहा, पुनरुत्थान और जीवन मैं ही हूँ। जो कोई मुझ पर विश्वास करता है, यदि वह मर भी जाए तो भी जिएगा, और जो कोई जीवित है और मुझ पर विश्वास करता है वह अनंत काल तक ना मरेगा। क्या तू इस बात पर विश्वास करती है? उसने उससे कहा, हाँ हे प्रभु, मैं विश्वास करती हूँ कि परमेश्वर का पुत्र मसीह जो जगत में आने वाला था वह तू ही है। हालेलुया। जय कहकर वह चली गई और अपनी बहन मरियम को बुलाकर चुपके से कहा, गुरु यही है और तुझे बुलाता है। जय सुनते ही ਤਾਂ ਜਿਹੜੀ ਮਾਰਥਾ ਸੀ ਆਪਣੇ ਭੈਣ ਹੁਣ ਮਰੀਅਮ ਦੇ ਕੋਲ ਚਲੇ ਗਈ, ਤਾਂ ਉਹਨੂੰ ਕੀ ਕਹਿਣਗੇ? ਗੁਰੂ ਤੈਨੂੰ ਬੁਲਾਉਂਦੇ ਆ, ਚੱਲ। ਤੇ ਯਿਸੂ ਮਸੀਹ ਕਿੱਥੇ ਸੀਗਾ? ਨਗਰ ਤੋਂ ਬਾਹਰ ਹੀ ਉੱਥੇ ਖੜਾ ਰਿਹਾ। ਯਿਸੂ ਮਸੀਹ ਉੱਥੇ ਹੀ ਸੀਗਾ। ਜੈ ਸੁਣਤੇ ਹੀ ਵੈ ਤੁਰੰਤ, ਜਦੋਂ ਮਾਰਥਾ ਨੇ ਜਾ ਕੇ ਮਰੀਅਮ ਨੂੰ ਦੱਸਿਆ, ਮਰੀਅਮ ਵੀ ਉਸੇ ਸਮੇਂ ਕੀ ਹੋਈ? ਤੁਰੰਤ ਉੱਠ ਕੇ ਕੀ ਕਰਨ ਚੱਲ ਗਈ? ਭੇਂਟ ਕਰਨ ਚੱਲ ਗਈ, ਯਿਸੂ ਮਸੀਹ ਨੂੰ ਮਿਲਣ ਚੱਲ ਗਈ। ਉਹਨੂੰ ਵੀ ਪਤਾ ਸੀਗਾ। हालेलुया। जय सुनते ही वह तुरंत उठकर उसके पास आई। यीशु अभी गांव में नहीं पहुंचा था, परंतु उसी स्थान में था जहां मार्था ने उसे भेंट की थी। तब जो यहूदी उसके साथ घर में थे और उसे शांति दे रहे थे, यह देखकर कि मरियम तुरंत
उठ के बाहर गई है, जय समझे कि वह कब्र पर रोने को जाती है तो उसके पीछे हो लिए। जब मरियम वहां पहुंची जहां यीशु था तो उसे देखते ही उसके पांव पर गिर पड़ी और कहा, हे प्रभु। ਜਦੋਂ ਮਾਰਥਾ ਉੱਥੇ ਪਹੁੰਚੀ, ਮਰੀਅਮ ਉੱਥੇ ਪਹੁੰਚੀ, ਦੁਆਰਾ ਆਪਣੀ ਮਾਰਥਾ ਆਪਣੀ ਭੈਣ ਨੂੰ ਲੈ ਕੇ ਆਈ ਮਰੀਅਮ ਨੂੰ, ਤੇ ਮਰੀਅਮ ਕੀ ਯਿਸੂ ਮਸੀਹ ਦੇ ਪੈਰਾਂ ਦੇ ਵਿੱਚ ਕਦਮਾਂ ਦੇ ਵਿੱਚ ਪੈ ਗਈ ਤਾਂ ਕੀ ਕਹਿਣ ਲੱਗੀ, हे प्रभु यदि तू जहां होता तो मेरा भाई ना मरता। ਹਾਲੇਲੂਇਆ। ਮਰੀਅਮ ਵੀ ਇਸ ਗੱਲ ਨੂੰ ਜਾਣਦੀ ਸੀ ਕਿ ਯਿਸੂ ਮਸੀਹ ਅਗਰ ਇੱਥੇ ਹੁੰਦਾ, ਯਿਸੂ ਮਸੀਹ ਪਹਿਲਾਂ ਆ ਜਾਂਦਾ ਤਾਂ ਮੇਰਾ ਭਰਾ ਜਿਹੜਾ ਲਾਜ਼ਰ ਹੈ ਕਦੇ ਨਾ ਮਰਦਾ। ਹਾਲੇਲੂਇਆ। ਫਿਰ ਵੀ ਯਿਸੂ ਮਸੀਹ ਦੇ ਨਾਲ ਕੋਈ ਦੋ ਹੀ ਭੈਣਾਂ, ਕੋਈ ਨਾਰਾਜ਼ ਨਹੀਂ, ਕੋਈ ਨਾਰਾਜ਼ ਨਹੀਂ। ਇੱਕੋ ਦੋ ਭੈਣਾਂ ਦਾ ਇੱਕੋ ਇੱਕ ਭਰਾ। ਮਰੇ ਨੂੰ 4 ਦਿਨ ਹੋ ਗਏ। ਯਿਸੂ ਮਸੀਹ ਨੂੰ ਸੁਨੇਹਾ ਦਿੱਤਾ, ਯਿਸੂ ਮਸੀਹ ਨਾ ਆਏ, ਯਿਸੂ ਮਸੀਹ ਨਹੀਂ ਆਏ। ਹਾਲੇਲੂਇਆ। ਤਾਂ ਕੀ ਹੋਇਆ? ਦੋਨਾਂ ਭੈਣਾਂ, ਕੋਈ ਨਾਰਾਜ਼ ਨਹੀਂ ਯਿਸੂ ਮਸੀਹ ਦੇ ਨਾਲ, ਕੋਈ ਨਾਰਾਜ਼ ਨਹੀਂ। ਮਰੇ ਤੋਂ 4 ਦਿਨ ਯਿਸੂ ਮਸੀਹ ਬਾਅਦ ਆਏ। ਦੋਏ ਭੈਣਾਂ ਬਿਲਕੁਲ ਨਾਰਾਜ਼ ਨਹੀਂ। ਉਦੋਂ ਨਾਰਾਜ਼ ਨਹੀਂ ਹੋਣਾ ਜਦੋਂ ਯਿਸੂ ਮਸੀਹ ਸਾਡੀਆਂ ਪ੍ਰਾਰਥਨਾਵਾਂ ਨਾ ਸੁਣ, ਸਾਡੀਆਂ ਪ੍ਰਾਰਥਨਾ ਦੇ ਉੱਤਰ ਨਾ ਆਉਣ। ਉਹ ਪ੍ਰਾਰਥਨਾ ਸੁਣਦਾ ਆ। ਉਹ ਸੁਨੇਹੇ ਨੂੰ ਸੁਣ ਲਿਆ ਯਿਸੂ ਮਸੀਹ ਨੇ। ਯਿਸੂ ਮਸੀਹ ਨੇ ਇਹ ਨਹੀਂ ਸੁਨੇਹਾ ਨਹੀਂ ਸੁਣਿਆ ਸੀਗਾ, ਉਹ ਪ੍ਰਾਰਥਨਾ ਨੂੰ ਸੁਣ ਲੈਂਦਾ ਉਸੇ ਦਿਨ। ਕਈ ਵਾਰ ਕੀ ਹੁੰਦਾ, ਉਹ ਜਾਣ ਬੁੱਝ ਕੇ ਰੁਕ ਜਾਂਦਾ 2 ਦਿਨ 4 ਦਿਨ 2 ਮਹੀਨੇ 1 ਸਾਲ 2 ਸਾਲ ਅੜੇ ਰਹਿਣਾ ਤੇ ਖੜੇ ਰਹਿਣਾ। ਵੱਡਾ ਮਿਰਾਕਲ ਕਰਨ ਜਾ ਰਿਹਾ ਤੁਹਾਡੀ ਜ਼ਿੰਦਗੀ ਵਿੱਚ, ਵੱਡਾ ਮਿਰਾਕਲ ਕਰੇਗਾ ਪਰਮੇਸ਼ਵਰ। ਅੜੇ ਰਹਿਣਾ, ਖੜੇ ਰਹਿਣਾ। 1 ਦਿਨ ਹੋ ਜਾਣ, 2 ਦਿਨ ਹੋ ਜਾਣ, 4 ਦਿਨ ਹੋ ਜਾਣ, 4 ਸਾਲ ਹੋ ਜਾਣ, ਅੜੇ ਰਹਿਣਾ, ਖੜੇ ਰਹਿਣਾ। ਪਰਮੇਸ਼ਵਰ ਤੇ ਈਮਾਨ ਰੱਖਣਾ ਤੁਹਾਡੀਆਂ ਪ੍ਰਸਥਿਤੀਆਂ ਨੂੰ, ਤੁਹਾਡੀਆਂ ਮੁਰਦਾ ਚੀਜ਼ਾਂ ਨੂੰ ਜਿੰਦਾ ਕਰੇਗਾ। ਹਾਲੇਲੂਇਆ। ਤੁਹਾਡੀਆਂ ਮੁਰਦਾ ਚੀਜ਼ਾਂ ਨੂੰ ਜਿੰਦਾ ਕਰਕੇ ਦੇਗਾ ਤੁਹਾਨੂੰ। ਜਦੋਂ ਯਿਸੂ ਮਸੀਹ ਨਾ ਆਉਣ ਉਦੋਂ ਵੀ ਇੰਤਜ਼ਾਰ ਕਰਨਾ, ਵਿਸ਼ਵਾਸ ਰੱਖਣਾ, ਡਗਮਗਾਣਾ ਨਾ, ਵੇਟ ਕਰਨਾ। ਜੋ ਉਹ ਕਰੇ ਉਸ ਉੱਤੇ ਕੀ ਕਰਨਾ, ਜੋ ਯਿਸੂ ਮਸੀਹ ਕਰੇ, ਚਾਹੇ ਲੇਟ ਆਏ, ਜਿੱਦਾਂ ਮਰਜ਼ੀ ਆਏ, ਧੰਨਵਾਦ ਕਰਨਾ। ਕੋਈ ਨਾਰਾਜ਼ਗੀ ਨਹੀਂ ਕਰਨੀ, ਕੋਈ ਗੱਲਾਂ ਨਹੀਂ, ਕੋਈ ਸ਼ਿਕਵਾ ਨਹੀਂ। ਪ੍ਰਭੂ ਜੋ ਤੂੰ ਕਰਦਾ ਤੇਰਾ ਧੰਨਵਾਦ, ਜੋ ਤੂੰ ਕਰਦਾ ਧੰਨਵਾਦ ਕਰਨਾ। ਇਹਨੂੰ ਕਹਿੰਦੇ ਆ ਈਮਾਨ, ਇਹਨੂੰ ਕਹਿੰਦੇ ਆ ਵਿਸ਼ਵਾਸ। ਅੱਜ ਬਹੁਤ ਸਾਰੇ ਲੋਕ ਪ੍ਰਭੂ ਤੋਂ ਦੂਰ ਹੋ ਜਾਂਦੇ ਆ। ਸਾਡੀ ਬਿਮਾਰੀ ਨਹੀਂ ਗਈ, ਸਾਡੀ ਆ ਸਮੱਸਿਆ ਨਹੀਂ ਗਈ। ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਹੋ ਜਾਂਦੇ ਆ ਉਹ ਟਿਕ ਜਾਂਦੇ ਆ। ਜਿਨ੍ਹਾਂ ਦੀ ਕੁਝ ਲੋਕਾਂ ਦੀ ਜ਼ਿੰਦਗੀ ਦੇ ਥੋੜਾ ਟਾਈਮ ਪੈ ਕੇ ਕੰਮ ਹੁੰਦੇ ਆ। ਇਹ ਨਹੀਂ ਹੁੰਦੇ, ਨਹੀਂ ਹੁੰਦੇ ਆ ਕੁਝ ਸਮੇਂ ਦੇ ਬਾਅਦ। ਕਈ ਵਾਰ ਕੀ ਹੁੰਦਾ, ਬਹੁਤ ਸਾਰੇ ਲੋਕ ਆਉਂਦੇ ਆਂਦੇ ਬਲੈਸ ਹੋ ਜਾਂਦੇ ਆ। ਸਾਲ 2 ਸਾਲ 3 ਸਾਲ ਬਾਅਦ ਕੋਈ ਨਾ ਕੋਈ ਦੁੱਖ ਆਉਂਦਾ, ਪਰੇਸ਼ਾਨੀ ਆਉਂਦੀ ਆ। ਉਹ ਪਰੇਸ਼ਾਨੀ ਨੂੰ ਜਦੋਂ ਟਾਈਮ ਲੱਗਦਾ ਆ ਤਾਂ ਕੀ ਹੋ ਜਾਂਦਾ, ਬੈਕ ਸਾਈਡ ਹੋ ਜਾਂਦੇ ਆ। ਉਸ ਸਮੇਂ ਇਸ ਮਰੀਅਮ ਨੂੰ, ਮਾਰਥਾ ਨੂੰ ਯਾਦ ਕਰਨਾ ਕਿ ਉਹਨਾਂ ਦਾ ਭਰਾ ਵੀ 4 ਦਿਨ ਤੋਂ ਬਾਅਦ ਜਿੰਦਾ ਹੋਇਆ ਸੀਗਾ। ਮੈਂ ਕਿਹਾ ਤੁਹਾਡੇ ਮਰੇ ਹੋਏ ਕੰਮ, ਤੁਹਾਡੇ ਮਰੇ ਹੋਏ ਅੰਗ, ਮਰੇ ਹੋਏ ਸਰੀਰ ਜਿੰਦਾ ਹੋਣਗੇ, ਤੁਹਾਡੀਆਂ ਬਿਮਾਰੀਆਂ ਖਤਮ ਹੋਣਗੀਆਂ। ਹਾਲੇਲੂਇਆ। ਤੁਹਾਡੀ ਮੌਤ ਦੀ ਬਿਮਾਰੀ ਵੀ ਖਤਮ ਕਰਨ ਵਾਲਾ ਪਰਮੇਸ਼ਰ ਹੈ। ਹਾਲੇਲੂਇਆ। ਅੜੇ ਰਹਿਣਾ, ਖੜੇ ਰਹਿਣਾ। ਉਹ ਜੋ ਕਰੇ ਉਸ ਨਾਲ ਕੋਈ ਨਾਰਾਜ਼ਗੀ ਨਾ ਰੱਖਣਾ। हालेलुया। ਤਾਂ ਕੀ ਹੋਇਆ, जब मरियम वहां पहुंची जहां यीशु था तो उसे देखते ही कहा, हे प्रभु यदि तू जहां होता तो मेरा भाई ना मरता। मरियम ने भी मार्था ने दोए भैणां दी सेम गल, प्रभु जे तू इत्थे हुंदा, प्रभु जे तू इत्थे हुंदा, प्रभु जे तू इत्थे हुंदा। जे जदों तैनूं सुनेहा दित्ता सीगा कोई नहीं कहा प्रभु तू लेट काते आया, यीशु मसीह ने कुछ नहीं कहा तू लेट क्यों आया, ते तो असीं सुनेहा दित्ता सीगा तू हुण आ गया। नहीं, इंतजार करना, इंतजार करना। जो करे
ਉਹ ਲੇਟ ਆਵੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪ੍ਰਭੂ ਯਿਸੂ ਮਸੀਹ ਨਾ ਸਮੇਂ ਤੋਂ ਪਹਿਲਾਂ ਆਉਂਦੇ ਆ ਨਾ ਸਮੇਂ ਤੋਂ ਬਾਅਦ ਆਉਂਦੇ ਆ, ਉਹ ਸਹੀ ਸਮੇਂ ਉੱਤੇ ਆਉਂਦੇ ਆ। ਹਾਲੇਲੂਇਆ। ਉਹ ਸਹੀ ਸਮੇਂ ਤੋਂ, ਨਾ ਸਮੇਂ ਤੋਂ ਪਹਿਲਾਂ ਆਏਗਾ ਯਿਸੂ ਮਸੀਹ, ਨਾ ਸਮੇਂ ਤੋਂ ਬਾਅਦ ਆਏਗਾ, ਉਹ ਸਹੀ ਸਮੇਂ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਏਗਾ। ਜਦੋਂ ਸਹੀ ਸਮੇਂ ਤੇ ਆਏਗਾ ਤੁਹਾਡੀ ਮੌਤ ਜੀਵਨ ਦੇ ਵਿੱਚ ਬਦਲ ਜਾਏਗੀ। ਹਾਲੇਲੂਇਆ। ਤੁਹਾਡੀ ਮੌਤ ਜੀਵਨ ਦੇ ਵਿੱਚ ਬਦਲ ਜਾਏਗੀ। ਆਮੀਨ। ਥੈਂਕ ਯੂ ਜੀਸਸ। ਤੁਹਾਡੀ ਮੌਤ ਨੂੰ ਉਹ ਜੀਵਨ ਦੇ ਵਿੱਚ ਬਦਲ ਦੇਗਾ। नाराज ना होना, परेशान ना होना। हालेलुया। जब यीशु ने उसको और उन यहूदियों को जो उसके साथ आए थे रोते हुए देखा तो आत्मा में बहुत ही उदास और व्याकुल हुआ और कहा, तुमने उसे कहाँ रखा है? उन्होंने उससे कहा, हे प्रभु चलकर देख ले। यीशु रोया। तब यहूदी कहने लगे, देख वह उससे कितना प्रेम रखता था। परंतु उनमें से कुछ ने कहा, क्या जय जिसने अंधों की आंखें खोली जय भी ना कर सका कि जय मनुष्य ना मरता? ते लोग भी की कहना पे, ਯਿਸੂ ਮਸੀਹ ਨੂੰ ਕੀ ਕਹਿਣਾ ਪਏ? ਇਹਨੇ ਅੰਨਿਆਂ ਦੀਆਂ ਅੱਖਾਂ ਖੋਲੀਆਂ, ਇਹਨੇ ਇੰਨੇ ਬਿਮਾਰਾਂ ਨੂੰ ਚੰਗੇ ਕੀਤਾ ਕਿ ਇਹਨੂੰ ਬਚਾ ਨਹੀਂ ਸੀਗਾ ਸਕਦਾ। ਹਾਲੇਲੂਇਆ। ਲੋਕ ਵੀ ਤੁਹਾਨੂੰ ਇਹੋ ਜਿਹੀ ਗੱਲ ਕਹਿਣਗੇ ਕਿ ਤੁਹਾਡਾ ਗੁਰੂ ਨਹੀਂ ਆਇਆ, ਤੁਹਾਡਾ ਪ੍ਰਭੂ ਤੁਹਾਡੀ ਕਿੱਥੇ ਆ, ਤੁਹਾਡੀ ਪ੍ਰਾਰਥਨਾ ਨੂੰ ਨਹੀਂ ਸੁਣਦਾ। ਲੋਕ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿਣਗੇ, ਪਰ ਤੁਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰ ਦੇਣਾ, ਅਣਸੁਣਾ ਕਰ ਦੇਣਾ, ਵਿਸ਼ਵਾਸ ਰੱਖਣਾ। ਪ੍ਰਭੂ ਆਣਗੇ, ਯਿਸੂ ਆਣਗੇ। ਹਾਲੇਲੂਇਆ। ਯਿਸੂ ਆਣਗੇ। ਜਦੋਂ ਯਿਸੂ ਮਸੀਹ ਆਇਆ ਤਾਂ ਅੱਗੇ ਕੀ ਲਿਖਿਆ? ਯਿਸੂ ਮਸੀਹ ਨੇ ਕੀ ਕਿਹਾ? ਉਹਨੂੰ ਤੁਸੀਂ ਕਿੱਥੇ ਰੱਖਿਆ ਆ? ਤੇ ਯਿਸੂ ਮਸੀਹ ਉਹਦੀ ਕਬਰ ਉੱਤੇ ਗਏ ਤਾਂ ਮਾਰਥਾ ਕੀ ਕਹਿਣ ਲੱਗੀ? ਪ੍ਰਭੂ ਜੀ ਇਹਨੂੰ ਮਰੇ ਤਾਂ 4 ਦਿਨ ਹੋ ਗਏ ਆ। ਤੇ ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਵਿਸ਼ਵਾਸ ਕਰ, ਤੂੰ ਪਰਮੇਸ਼ਰ ਦੇ ਵੱਡੇ ਕੰਮਾਂ ਨੂੰ ਦੇਖੇਂਗੀ। ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਤਾਂ ਕੀ ਕਿਹਾ ਯਿਸੂ ਮਸੀਹ ਨੇ? ਤੂੰ ਵਿਸ਼ਵਾਸ ਕਰ, ਤੂੰ ਪਰਮੇਸ਼ਰ ਦੇ ਵੱਡੇ ਕੰਮਾਂ ਨੂੰ ਦੇਖेंगे। यीशु मसीह लेट आए जरूर है वो। हालेलुया। मार्था ਨੂੰ ਲੱਗਦਾ ਸੀਗਾ ਲੇਟ ਹੈ, ਮੈਨੂੰ ਤੁਹਾਨੂੰ ਲੱਗਦਾ ਹੋਊਗਾ ਲੇਟ ਹੈ, ਪਰ ਯਿਸੂ ਮਸੀਹ ਸਹੀ ਟਾਈਮ ਤੇ ਸੀ। ਉਹ ਬਿਗ ਮਿਰਾਕਲ ਕਰਨਾ ਚਾਹੁੰਦੇ ਸੀ। ਹਾਲੇਲੂਇਆ। ਉਹ ਜਾਣਬੁੱਝ ਕੇ ਰੁਕੇ ਆ, ਜਾਣਬੁੱਝ ਕੇ। ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਲੱਗ ਜਾਏ ਕਿ ਯਿਸੂ ਮਸੀਹ ਰੁਕ ਚੁੱਕੇ ਆ, ਯਿਸੂ ਮਸੀਹ ਨਹੀਂ ਆ ਰਹੇ, ਸਮਝ ਲੈਣਾ ਉਸ ਸਮੇਂ ਕਿ ਯਿਸੂ ਮਸੀਹ ਮੇਰੀ ਜ਼ਿੰਦਗੀ ਦੇ ਵਿੱਚ ਬਿਗ ਮਿਰਾਕਲ ਕਰਨ ਜਾ ਰਿਹਾ, ਉਹ ਵੱਡਾ ਚਮਤਕਾਰ ਕਰਨ ਜਾ ਰਿਹਾ। ਜਦੋਂ ਯਿਸੂ ਮਸੀਹ ਆਏ ਤਾਂ ਯਿਸੂ ਮਸੀਹ ਨੇ ਕੀ ਕਿਹਾ? ਕਬਰ ਦੇ ਮੂਹਰਿਓਂ ਪੱਥਰ ਨੂੰ ਹਟਾ ਦਿਓ। ਤੇ ਕਬਰ ਦੇ ਮੂਹਰਿਓਂ ਪੱਥਰ ਉਹਨਾਂ ਨੇ ਹਟਾ ਦਿੱਤਾ ਤਾਂ ਕੀ ਹੋਇਆ? ਯਿਸੂ ਮਸੀਹ ਨੇ ਆਵਾਜ਼ ਮਾਰੀ, ਲਾਜ਼ਰ ਕਬਰ ਦੇ ਵਿੱਚੋਂ ਬਾਹਰ ਆ ਜਾ। ਤੇ ਲਾਜ਼ਰ ਕਫਨ ਸਮੇਤ ਬੰਨਾ ਬਣਾਇਆ ਬਾਹਰ ਆ ਗਿਆ। ਹਾਲੇਲੂਇਆ। ਤੁਸੀਂ ਬਾਹਰ ਆਉਣ ਵਾਲੇ ਉਸ ਕਬਰ ਦੇ ਵਿੱਚੋਂ, ਤੁਸੀਂ ਬਾਹਰ ਆਉਣ ਵਾਲੇ ਉਹਨਾਂ ਬਿਮਾਰੀਆਂ ਦੇ ਵਿੱਚੋਂ, ਤੁਸੀਂ ਬਾਹਰ ਆਉਣ ਵਾਲੇ ਹੋ, ਤੁਸੀਂ ਉਹਨਾਂ ਪ੍ਰਸਥਿਤੀਆਂ ਦੇ ਵਿੱਚੋਂ। ਆਓ ਆਪਣੇ ਅੱਖਾਂ ਨੂੰ ਬੰਦ ਕਰੀਏ, ਤੁਸੀਂ ਪ੍ਰਾਰਥਨਾ ਦੇ ਵਿੱਚ ਚੱਲੀਏ। ਤੁਸੀਂ ਬਾਹਰ ਆਉਣ ਵਾਲੇ ਹੋ ਆਪਣੇ ਕਬਰ ਦੇ ਵਿੱਚੋਂ, ਤੁਸੀਂ ਬਾਹਰ ਆਉਣ ਵਾਲੇ ਹੋ ਆਪਣੀ ਸਮੱਸਿਆ ਦੇ ਵਿੱਚੋਂ, ਤੁਸੀਂ ਬਾਹਰ ਆਉਣ ਵਾਲੇ ਹੋ ਆਪਣੇ ਹਾਲਾਤਾਂ ਦੇ ਵਿੱਚੋਂ, ਤੁਸੀਂ ਆਪਣੇ ਬਾਹਰ ਆਉਣ ਵਾਲੇ ਡੁੱਬੇ ਹੋਏ ਚੀਜ਼ਾਂ ਦੇ ਵਿੱਚੋਂ। ਪਰਮੇਸ਼ਰ ਦਾ ਆਤਮਾ ਇੱਕ ਇੱਕ ਨੂੰ ਜੁਮਸ ਕਰੇ, ਕਾਰਿਆ ਕਰੇ। ਟੱਚ ਪਵਿੱਤਰ ਆਤਮਾ ਜੀ। ਸ਼ੂ ਮੇਰੇ ਖੁਦਾ, ਤੇਰਾ ਵਚਨ ਕਹਿੰਦਾ ਜਿੱਥੇ ਤੇਰਾ ਆਤਮਾ ਉੱਥੇ ਆਜ਼ਾਦੀ ਆ। ਪ੍ਰਭੂ ਸੁਣਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਆਜ਼ਾਦੀ ਆਏ, ਆਸ਼ੀਸ਼ ਆਏ। ਖੁਦਾ ਪਿਤਾ ਪਰਮੇਸ਼ਰ ਇਹਨਾਂ ਨੂੰ ਸ਼ੂ ਤੇ ਚੰਗਾ ਕਰ। टच इन द नेम ऑफ जीसस। पवित्र आत्मा जी सुनने वाले की आशीष और बरकत ਨੂੰ ਦੇਣਾ। खुदा ਇਹ हर तरह की बीमारी तो, हर तरह की दुष्ट आत्मा तो, हर तरह की गरीबी तो, हर शराब पिता परमेश्वर ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਹੋ ਜਾਣ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ। ਹਾਲੇਲੂਇਆ। ਥੈਂਕ ਯੂ ਜੀਸਸ। ਪਿਤਾ ਪਰਮੇਸ਼ਰ ਤੁਹਾਡੀ ਆਰਾਧਨਾ ਕਰਦੇ ਹਾਂ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਆਮੀਨ ਆਮੀਨ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਤੁਸੀਂ ਜਿੱਥੋਂ ਵੀ ਇਸ ਵਚਨ ਨੂੰ ਜਿੱਥੋਂ ਵੀ ਦੇਖ ਰਹੇ ਹੋ, ਤੁਸੀਂ ਜਿੱਥੋਂ ਦੇ ਵੀ ਰਹਿਣ ਵਾਲੇ ਹੋ, ਅਗਰ ਤੁਸੀਂ ਇਸ ਸੇਵਕਾਈ ਦੇ ਨਾਲ ਜੁੜਨਾ ਚਾਹੁੰਦੇ ਹੋ, ਅਗਰ ਪਰਮੇਸ਼ਰ ਤੁਹਾਨੂੰ ਇਸ ਦੇ ਦੁਆਰਾ ਆਸ਼ੀਸ਼ ਮਿਲ ਰਹੀ ਹੈ, ਤੁਹਾਨੂੰ ਅਗਰ ਤੁਸੀਂ ਇਸ ਸੇਵਕਾਈ ਨੂੰ ਜੁੜਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਥੱਲੇ ਕੀ ਕਹਿੰਦੇ ਆ ਉਸ ਨੂੰ, ਵੀਡੀਓ ਦੇ ਥੱਲੇ ਤੁਹਾਨੂੰ ਇਸ ਦਾ ਨੰਬਰ ਮਿਲ ਜਾਏਗਾ। ਅਗਰ ਤੁਸੀਂ ਫੋਨ ਤੇ ਪ੍ਰਾਰਥਨਾ ਕਰਾਉਣਾ ਚਾਹੁੰਦੇ ਹੋ ਜਾਂ ਇਸ ਸੇਵਕਾਈ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ
फ़ोन नंबर नोट भी कर सकते हो 9814945682। मैं फिर तो दोबारा रिपीट करने लगा हाँ 9814945682 न्यू लाइफ चर्च बलाचौर। हालेलुया। अगर तुसी किसी भी तरह की थोड़ी दुख है, थानू मुसीबत है, कोई भी परेशानी है, तुसी इस ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਨੂੰ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਆ ਉਹਨਾਂ ਦੇ ਨਾਲ। ਉਹ ਪਰਮੇਸ਼ਰ ਦੇ ਨਾਲ ਬਹੁਤ ਸਾਰੇ ਲੋਕ ਜੁੜਨ ਅਤੇ ਤੁਹਾਡੀ ਜੇ ਕਿਹੋ ਜਿਹੀ ਵੀ ਸਮੱਸਿਆ ਆ ਅਤੇ ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਸਮੱਸਿਆ, ਉਹ ਤੁਹਾਡੀ ਦੁੱਖ, ਉਹ ਤਕਲੀਫ ਤੁਹਾਨੂੰ ਛੱਡ ਕੇ ਜਾਣ ਵਾਲੀ ਆ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਇਹਨਾਂ ਸਾਰੇ ਬਚਨਾਂ ਉੱਤੇ ਆਸ਼ੀਸ਼ ਦੇਵੇ। ਸਾਰਿਆਂ ਨੂੰ ਚੈਨ ਸੀ। ਹਾਲੇਲੂਇਆ।